ਰੱਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 28 ਤਰੀਕ ਆ, ਦਿਨ ਬੁੱਧਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503। ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਯੋਗਾ ਸਿੰਘ ਕੁਆਰ ਔਰੰਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫ੍ਰੈਸਨੋ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜੋ ਬਾਰਡਰ ਪੈਟਰੋਲ ਏਜੰਟਸ ਜੋ ਇਨਵੋਲਵ ਸੀਗੇ ਐਲੈਕਸ ਪ੍ਰੈਟੀ ਦੀ ਸ਼ੂਟਿੰਗ ਦੇ ਵਿੱਚ, ਉਹਨਾਂ ਨੂੰ ਐਡਮਿਨਿਸਟ੍ਰੇਟਿਵ ਲੀਵ ਦੇ ਦਿੱਤੀ ਗਈ ਹੈਗੀ ਆ। ਇਹ ਏਜੰਸੀ ਆ ਜੋ ਉਹਨਾਂ ਨੇ ਰਿਪੋਰਟ ਕਿਹਾ ਹੈਗਾ। ਇਹ ਕਹਿੰਦੇ ਵੀ ਸਾਡਾ ਸਟੈਂਡਰਡ ਪ੍ਰੋਟੋਕਾਲ ਆ ਤੇ ਇਨਵੈਸਟੀਗੇਸ਼ਨ ਚਾਹੇ ਚੱਲ ਰਹੀ ਆ, ਪਰ ਉਹਨਾਂ ਦੋ ਜਾਣਿਆਂ ਦੀ ਜਿਹੜੀ ਛੁੱਟੀ ਕਰ ਦਿੱਤੀ ਗਈ ਹੈਗੀ ਆ। ਬਾਰਡਰ ਪੈਟਰੋਲ ਕਮਾਂਡਰ ਗ੍ਰੈਗ ਵੀਨੋ ਨੂੰ ਵੀ ਸਾਈਡ ਦੇ ਉੱਤੇ ਕਰ ਦਿੱਤਾ ਗਿਆ। ਸੋ ਸਾਰੇ ਏਜੰਟਸ ਜੋ ਇਨਵੋਲਵ ਸੀਗੇ ਉੱਥੇ ਕੰਮ ਕਰਦੇ ਸੀ ਉਸ ਟਾਈਮ ਤੇ, ਹੁਣ ਉਹ ਮਿਨੀਐਪਲਸ ਨਹੀਂ, ਉਹਨਾਂ ਨੂੰ ਹੋਰ ਲੋਕੇਸ਼ਨ ਦੇ ਉੱਤੇ ਭੇਜ ਦਿੱਤਾ ਗਿਆ। ਕਾਰਨ ਬਵੀਨੋ ਵੱਲੋਂ ਇਹ ਦੱਸਿਆ ਗਿਆ ਵੀ ਉਹਨਾਂ ਦੀ ਸੇਫਟੀ ਹੈਗੀ ਆ। ਜਦੋਂ ਉਹਨਾਂ ਦੇ ਬਾਰੇ ਹੁਣ ਫੋਟੋਆਂ ਵੀ ਆ ਰਹੀਆਂ ਹੈਗੀਆਂ, ਸੋ ਚਾਹੁੰਦੇ ਨਹੀਂ ਵੀ ਕੋਈ ਉਹਨਾਂ ਦਾ ਜਾਨੀ ਨੁਕਸਾਨ ਨਾ ਹੋਵੇ। ਸੋ ਟਰੰਪ ਐਡਮਿਨਿਸਟ੍ਰੇਸ਼ਨ ਜੋ ਪ੍ਰੈਟੀ ਦੀ ਡੈਥ ਹੋਈ ਆ, ਉਹ ਤੋਂ ਬਾਅਦ ਆਪਣੇ ਆਪ ਨੂੰ ਮੈਨੇਜ ਕਰਨ ਦੇ ਵਿੱਚ ਲੱਗਾ ਹੋਇਆ ਹੈਗਾ। ਇਹ ਸੈਕੰਡ ਟਾਈਮ ਹੋ ਗਿਆ ਫੈਡਰਲ ਇਮੀਗ੍ਰੇਸ਼ਨ ਏਜੰਟਸ ਨੇ ਅਮਰੀਕਨ ਸਿਟੀਜ਼ਨ ਨੂੰ ਜਿਹੜਾ ਮਾਰਿਆ ਹੈਗਾ। ਪਹਿਲਾਂ ਜੋ ਬੀਬੀ ਨੂੰ ਮਾਰਿਆ ਸੀ ਤੇ ਉਸ ਤੋਂ ਬਾਅਦ ਫਿਰ ਇਸ ਪ੍ਰੈਟੀ ਨੂੰ। ਸੋ ਬੈਕਲੈਸ਼ ਹੋਣ ਤੋਂ ਬਾਅਦ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਣਾ ਨੇ ਜਿਹੜੀ ਗੱਲਬਾਤ ਵੀ ਕੀਤੀ ਆ ਹੋਮਲੈਂਡ ਸਿਕਿਉਰਿਟੀ ਦੀ ਸੈਕਟਰੀ ਕ੍ਰਿਸਟੀ ਨੋਇਮ ਹੋਣਾ ਦੇ ਨਾਲ, ਜਿਹੜੀ ਕਿ ਜਿਨ੍ਹਾਂ ਨੇ ਤਾਂ ਪਹਿਲਾਂ ਹੀ ਇੱਕਦਮ ਕਹਿ ਦਿੱਤਾ ਸੀ ਵੀ ਇਹ ਡੋਮੈਸਟਿਕ ਟੈਰਰਿਸਟ ਹੈਗੇ ਆ। ਸੋ ਵਾਰਡਰਸ ਆ ਟੌਮ ਹੋਮਨ ਨੂੰ ਮਿਨੀਐਪਲਸ ਦੇ ਵਿੱਚ ਭੇਜਿਆ ਹੋਇਆ ਆ, ਤੇ ਉਹਨਾਂ ਦੀ ਆਲਰੇਡੀ ਮੀਟਿੰਗ ਵੀ ਹੋਈ ਹੈਗੀ ਗਵਰਨਰ ਦੇ ਨਾਲ ਵੀ, ਮੇਅਰ ਦੇ ਨਾਲ ਵੀ, ਪਰ ਉਹ ਤੋਂ ਬਾਅਦ ਹਜੇ ਕੀ ਹੋ ਰਿਹਾ ਇਹਦੇ ਬਾਰੇ ਡਿਟੇਲ ਨਹੀਂ ਆਈ ਜੀ। ਉਧਰ ਗਵਰਨਮੈਂਟ ਸ਼ਟਡਾਊਨ ਦਾ ਖਤਰਾ ਇਸ ਗੱਲੋਂ ਹੁਣ ਬਣਿਆ ਪਿਆ, ਆਈਸ ਦੇ ਬਾਰਡਰ ਪੈਟਰੋਲ ਏਜੰਟਸ ਦੀਆਂ ਜਿਹੜੀਆਂ ਇਹਨਾਂ ਕਾਰਵਾਈਆਂ ਨੂੰ ਦੇਖਦੇ ਹੋਏ। ਅੱਜ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਸੈਨੇਟਰ ਆ ਐਡਮ ਸ਼ਿਫ ਕੈਲੀਫੋਰਨੀਆ ਤੋਂ, ਉਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਆਈ ਐਮ ਨਾਟ ਗਿਵਿੰਗ ਆਈਸ ਅਨਦਰ ਡਾਈਮ। ਕਹਿੰਦੇ ਇੱਕ ਵੀ ਸੈਂਟ ਜਿਹੜਾ ਆ ਆਈਸ ਨੂੰ ਨਹੀਂ ਜਿਹੜਾ ਉਹ ਦੇਵਾਂਗੇ। ਤੇ ਉਹਨਾਂ ਨੇ ਨਾਲ ਕਹਿੰਦੇ ਵੀ ਜਿਹੜੇ ਰਿਪਬਲਿਕਨਸ ਵੋਟ ਕਰ ਰਹੇ ਆ ਆਈਸ ਨੂੰ ਹੋਰ ਫੰਡਿੰਗ ਦੇ ਲਈ, ਕਹਿੰਦੇ ਵੀ ਉਹ ਹੋਰ ਅਮਰੀਕਨਸ ਨੂੰ ਮਰਦੇ ਦੇਖਣਾ ਜਿਹੜਾ ਉਹ ਚਾਹੁੰਦੇ ਆ। ਸੋ ਮਾਹੌਲ ਜਿਹੜਾ ਹਰਜੋਤ ਸਿੰਘ ਜੀ ਪੋਲੀਟੀਕਲੀ ਕਾਫੀ ਸਰਗਰਮ ਹੋ ਚੁੱਕਾ ਆ, ਤੇ ਉਹਨਾਂ ਨੇ ਅਜੇ ਡਿਕਲੇਅਰ ਕਰ ਦਿੱਤਾ ਵੀ ਕਹਿੰਦੇ ਵੀ ਅਸੀਂ ਇੱਕ ਵੀ ਸੈਂਟ ਇਹਨਾਂ ਨੂੰ ਨਹੀਂ ਦੇਣ ਜਾ ਰਹੇ ਹੈਗੇ। ਉਦੋਂ ਸੈਨੇਟ ਦੇ ਜਿਹੜੇ ਹੋਰ ਡੈਮੋਕ੍ਰੇਟਸ ਆ ਉਹ ਇਹ ਕਹਿ ਰਹੇ ਆ ਵੀ ਜੇ ਤੁਸੀਂ ਸ਼ਟਡਾਊਨ ਚਾਹੁੰਦੇ ਆ ਵੀ ਨਾ ਹੋਵੇ ਤਾਂ ਤੁਹਾਨੂੰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਵਿੱਚ ਕਈ ਜਿਹੜੀਆਂ ਚੇਂਜਿਸ ਆ ਉਹ ਲਿਆਉਣੀਆਂ ਪੈਣਗੀਆਂ। ਸੈਨੇਟ ਮਾਈਨੋਰਟੀ ਲੀਡਰ ਚੱਕ ਸ਼ੂਮਰ, ਉਹਨਾਂ ਨੇ ਇੱਕ ਕਲੋਜ਼ ਡੋਰ ਜਿਹੜੀ ਆ ਬੰਦ ਕਮਰਾ ਕੌਕਸ ਮੀਟਿੰਗ ਦੇ ਵਿੱਚ ਜਿਹੜਾ ਉਹ ਗੱਲ ਕੀਤੀ ਆ, ਤੇ ਰਿਪੋਰਟਰਸ ਨੂੰ ਜਿਹੜਾ ਉਹ ਆਖਿਆ ਆ, ਇਹ ਕਿਹਾ ਆ ਵੀ ਕਹਿੰਦੇ ਵੀ ਡੈਮੋਕ੍ਰੇਟਸ ਸਾਰੇ ਹੀ ਯੂਨਾਈਟਿਡ ਆ ਵੀ ਕਾਮਨ ਸੈਂਸ ਤੇ ਨੈਸੈਸਰੀ ਪਾਲਿਸੀ ਗੋਲਸ ਨੂੰ ਲੈ ਕੇ। ਕਹਿੰਦੇ ਵੀ ਇੱਕ ਇਹਦੇ ਵਿੱਚ ਜਿਹੜੇ ਕਹਿੰਦੇ ਵੀ ਚੀਜ਼ਾਂ, ਕਈ ਡਿਮਾਂਡਸ ਇਹਨਾਂ ਨੇ ਕੀਤੀਆਂ ਵੀ ਜੇ ਸ਼ਟਡਾਊਨ ਤੋਂ ਬਚਣਾ ਆ ਤਾਂ ਜਿਹੜੇ DHS ਤੇ ਜਿਹੜੀ ਆਈਸ ਆ ਉਹਨਾਂ ਦੀ ਫੰਡਿੰਗ ਨੂੰ ਜੇ ਤੁਸੀਂ ਰੋਕਣਾ ਆ ਤੇ ਜਾਂ ਸ਼ਟਡਾਊਨ ਤੋਂ ਬਚਾਉਣਾ ਚਾਹੁੰਦੇ ਆ ਤਾਂ ਤੁਹਾਨੂੰ ਆਹ ਕੁਛ ਕਰਨਾ ਪੈਣਾ। ਕਹਿੰਦੇ ਵੀ ਏਜੰਟਸ ਦੇ ਉੱਤੇ ਮਾਸਕ ਵਰਤਣ ਦੀ ਪ੍ਰੋਹਿਬਿਸ਼ਨ ਹੋਵੇ, ਵੀ ਉਹ ਨਾ ਵਰਤ ਸਕਣ। ਬੋਡੀ ਕੈਮਰਾ ਸਾਰਿਆਂ ਦੇ ਲਈ ਮੈਂਡੇਟ ਕੀਤਾ ਜਾਵੇ। ਆਈਡੀਜ਼ ਜਿਹੜੀਆਂ ਹੋਣ, ਯੂਨੀਫਾਰਮ ਕੋਡ ਆਫ ਕੰਡਕਟ ਤੇ ਅਕਾਊਂਟੇਬਿਲਟੀ
ਨਾਲ ਜਿਹੜੀ ਉਹ ਹੋਵੇ। ਸ਼ੂਮਰ ਉਹਨਾਂ ਨੇ ਕਿਹਾ ਵੀ ਜਿਹੜੇ ਰਿਪਬਲਿਕਨਸ ਆ ਉਹ ਡੈਮੋਕ੍ਰੇਟਸ ਦੇ ਨਾਲ ਮਿਲ ਕੇ ਕੰਮ ਕਰਨ ਤਾਂ ਜੋ ਜਿਹੜੇ ਲੈਜਿਸਲੇਟਿਵ ਸੋਲਿਊਸ਼ਨ ਆ ਉਹਨਾਂ ਨੂੰ ਲੱਭਿਆ ਜਿਹੜਾ ਉਹ ਜਾ ਸਕੇ। ਜਿੱਦਾਂ ਦੀ ਕਹਿੰਦੇ ਵੀ ਸ਼ੂਟਿੰਗ ਦੀ ਇਨੀਸ਼ੀਅਲ ਰਿਸਪੌਂਸ ਆਇਆ ਟਰੰਪ ਐਡਮਿਨਿਸਟ੍ਰੇਸ਼ਨ ਦਾ, ਇਹਦੇ ਨਾਲ ਕਹਿੰਦੇ ਵੀ ਹੁਣ ਜਿਹੜੇ ਚੇਂਜਿਸ ਆ ਉਹਨਾਂ ਦੀ ਮੰਗ ਹੋਰ ਜ਼ਿਆਦਾ ਵਧੀ ਹੈਗੀ ਆ। ਕਈ ਜਿਹੜੇ ਰਿਪਬਲਿਕਨ ਸੈਨੇਟਰਸ ਆ ਉਹਨਾਂ ਨੇ ਵੀ ਕ੍ਰਿਸਟੀ ਨੋਇਮ ਆ ਉਸ ਦੀ ਅਸਤੀਫੇ ਦੀ ਮੰਗ ਕੀਤੀ ਜਿਹੜੀ ਹੈਗੀ ਆ। ਉਹਨਾਂ ਨੇ ਇਸ ਦੇ ਅਸਤੀਫੇ ਦੇ ਨਾਲ ਕੱਲੇ ਕੁਛ ਰਿਪਬਲਿਕਨ ਨਹੀਂ, ਡੈਮੋਕ੍ਰੇਟ ਸਾਰੇ ਹੀ ਜਿਹੜੇ ਉਸ ਦੇ ਅਸਤੀਫੇ ਦੀ ਮੰਗ ਕਰ ਰਹੇ ਆ। ਨਾਲ ਜਿਹੜਾ ਬਵਿੰਨੋ ਹੋਣਾ ਦਾ ਤੁਸੀਂ ਦੱਸਿਆ ਵੀ ਉਹਨੂੰ ਵੀ ਕਹਿੰਦੇ ਵੀ ਫਾਇਰ ਕੀਤਾ ਜਾਵੇ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਵਿੱਚ ਚੇਂਜਿਸ ਜਿਹੜੀਆਂ ਉਹ ਆਉਣੀਆਂ ਚਾਹੀਦੀਆਂ ਆ। ਰਿਪਬਲਿਕਨਸ ਕਹਿੰਦੇ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਬਿੱਲ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਆ ਉਹ ਚੇਂਜ ਕਰਨ ਤੋਂ ਹਾਲ ਦੀ ਘੜੀ ਉਹਨਾਂ ਦਾ ਮਨ ਤਾਂ ਜਿਹੜਾ ਉਹ ਨਹੀਂ ਹੈਗਾ, ਕਿਉਂਕਿ ਇਹ ਬਿੱਲ ਸਾਰੇ ਹਰਜੋਤ ਸਿੰਘ ਜੀ ਵੱਖ-ਵੱਖ ਡਿਪਾਰਟਮੈਂਟਸ ਨੂੰ ਫੰਡਿੰਗ ਕਰਨ ਵਾਲੇ ਵੱਖੋ ਵੱਖਰੇ ਨੇ। ਹਾਊਸ ਦੇ ਵਿੱਚ ਇਹ ਬਿੱਲ ਪਾਸ ਹੋ ਚੁੱਕਾ ਸੀ, ਸੈਨੇਟ ਦੇ ਵਿੱਚ ਇਹ ਮੋਹਰੇ ਆ ਤੇ ਹੁਣ ਸੈਨੇਟ ਦੇ ਜਿਹੜੇ ਡੈਮੋਕ੍ਰੇਟਸ ਆ ਉਹ ਕਹਿੰਦੇ ਵੀ ਇਸ ਵਾਰ ਅੱਡੀਆਂ ਇਸ ਦੇ ਵਿੱਚ ਫਸਾ ਸਕਦੇ ਹੈਗੇ ਆ। ਸੋ ਇਹ ਵੇਖਣ ਵਾਲੀ ਜਿਹੜੀ ਗੱਲ ਰਹੂਗੀ ਵੀ ਕੀ ਡੈਮੋਕ੍ਰੇਟਸ ਆਪਣੀ ਪੋਲੀਟੀਕਲ ਸ਼ਕਤੀ ਦੀ ਵਰਤੋਂ ਕਰਦੇ ਹੋਏ ਇਹ DHS ਦੀ ਜਿਹੜੀ ਫੰਡਿੰਗ ਆ ਉਸ ਨੂੰ ਰੋਕ ਸਕਣਗੇ ਜਾਂ ਉਹਦੇ ਵਿੱਚ ਜਿਹੜੀ ਆ ਚੇਂਜਿਸ ਆ ਉਹ ਲਿਆ ਸਕਦੇ ਆ ਜਾਂ ਨਹੀਂ। ਸੋ ਸ਼ਟ ਡਾਊਨ ਦਾ ਖਤਰਾ, ਉਸ ਦੀ ਤਲਵਾਰ ਜਿਹੜੀ ਹਰਜੋਤ ਸਿੰਘ ਜੀ ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਦੇ ਵਿੱਚ ਜਿਹੜੀ ਉਹ ਲਟਕ ਚੁੱਕੀ ਹੈਗੀ ਆ। ਅਗਲੀ ਖਬਰ ਵੱਲ ਚਲੀਏ। ਮਿਨੇਆਪੋਲਿਸ ਦੇ ਵਿੱਚ ਇੱਕ ਜੱਜ ਨੇ ਕਿਹਾ ਵੀ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲਿਆਂ ਨੇ ਘੱਟੋ ਘੱਟ 100 ਵਾਰ ਜੋ ਕੋਰਟ ਦੇ ਆਰਡਰਸ ਆ ਉਹਨਾਂ ਨੂੰ ਡਿਸਓਬੇ ਕੀਤਾ ਹੈਗਾ, ਉਹਨਾਂ ਨੂੰ ਮੰਨਿਆ ਨਹੀਂ ਹੈਗਾ। ਤੇ ਏਜੰਟਸ ਜਿਹੜੇ ਆ ਉਹ ਕਈ ਜਗ੍ਹਾ ਤੇ ਉਹਨਾਂ ਨੂੰ ਕਿਹਾ ਗਿਆ ਸੀ ਵੀ ਅਨਮਾਸਕ ਹੋਣੇ ਚਾਹੀਦੇ ਆ, ਪਰ ਉਹਨਾਂ ਨੇ ਆਪਣੇ ਮਾਸਕ ਜਿਹੜੇ ਆ ਨਹੀਂ ਲਾਏ ਹੈਗੇ। ਜੱਜ ਜੋ ਚੀਫ ਜੱਜ ਮਿਨੇਸੋਟਾ ਦੇ ਵਿੱਚ ਆ ਉਹਨਾਂ ਨੇ ਇਹ ਕਿਹਾ ਵੀ ਸਮ ਫੈਡਰਲ ਏਜੰਸੀਜ਼ ਹੈਵ ਵਾਇਲੇਟਡ ਇਨ देयर ਇੰਟਾਇਰ ਐਗਜ਼ਿਸਟੈਂਸ। ਵੀ ਉਹ ਕੇਅਰ ਹੀ ਨਹੀਂ ਕਰਦੇ ਹੈਗੇ ਵੀ ਜੱਜ ਕੀ ਕਹਿ ਰਿਹਾ ਹੈਗਾ। ਪੈਟਰਿਕ ਜੇ ਸ਼ੇਲਜ਼ ਉਹਨਾਂ ਨੇ ਅੱਜ ਰੂਲਿੰਗ ਇਸ ਸੰਬੰਧ ਦੇ ਵਿੱਚ ਦਿੱਤੀ ਹੈਗੀ ਆ। ਫੈਡਰਲ ਕਲੇਮ ਜੋ ਆ ਬਾਰਡਰ ਪੈਟਰੋਲ ਟਾਰਗੇਟ ਕ੍ਰਿਮੀਨਲ ਰੈਕੋਰਡ ਉਹ ਡਿਸਪਿਊਟਡ ਆ। ਬਾਰ-ਬਾਰ ਜੋ ਫੈਡਰਲ ਏਜੰਟਸ ਆ ਉਹ ਕਹਿ ਰਿਹਾ ਵੀ ਜੀ ਅਸੀਂ ਤਾਂ ਕ੍ਰਿਮੀਨਲ ਦੇ ਪਿੱਛੇ ਜਾ ਰਹੇ ਹਾਂ, ਪਰ ਜਿਸ ਹਿਸਾਬ ਦੇ ਨਾਲ ਲੋਕ ਅਰੈਸਟ ਹੋਏ ਆ ਉਹ 'ਚੋਂ 70% ਦਾ ਕਿਸੇ ਤਰ੍ਹਾਂ ਦੀ ਕ੍ਰਿਮੀਨਲਿਟੀ ਨਾਲ ਲੈਣਾ ਦੇਣਾ ਨਹੀਂ ਹੈਗਾ। ਟਰੰਪ ਐਡਮਿਨਿਸਟ੍ਰੇਸ਼ਨ ਨੇ ਕਿਹਾ ਆ ਵੀ ਅਸੀਂ ਇਸੇ ਤਰ੍ਹਾਂ ਹੀ ਜਿਹੜਾ ਆ ਰੱਖਾਂਗੇ ਤਾਂ ਕਿ ਜਿਹੜੇ ਕ੍ਰਿਮੀਨਲ ਆ ਉਹਨਾਂ ਨੂੰ ਅਰੈਸਟ ਕੀਤਾ ਜਾ ਸਕੇ। ਪਰ ਜੋ ਰਿਜ਼ਲਟ ਸਾਹਮਣੇ ਆਏ ਉਹ ਤੁਹਾਡੇ ਸਾਹਮਣੇ ਹੀ ਹੈਗੇ ਆ ਵੀ ਕੀ ਵਾਪਰਿਆ ਹੈਗਾ। ਇਲਹਾਨ ਉਮਾਰ ਦੇ ਉੱਤੇ ਕੱਲ ਜਦੋਂ ਅਟੈਕ ਹੋਇਆ, ਕਿਸੇ ਨੇ ਇੱਕ ਸਰਿੰਜ ਦੇ ਵਿੱਚ ਕੋਈ ਜਿਹੜਾ ਭਰਿਆ ਹੋਇਆ ਸੀ ਲਿਕਵਿਡ, ਪਰ ਉਹ ਪਤਾ ਚੱਲਿਆ ਵੀ ਕਿਸੇ ਤਰ੍ਹਾਂ ਦਾ ਨਾਨ ਟਾਕਸਿਕ ਸੀ, ਉਹਦਾ ਕੋਈ ਖਤਰਾ ਨਹੀਂ ਸੀ ਤੇ ਉਸਨੇ ਜਿਹੜਾ ਆ ਉਹਨੂੰ ਅਟੈਕ ਕਰਨ ਦੀ ਕੋਸ਼ਿਸ਼ ਕੀਤੀ। ਹੁਣ FBI ਆ ਜੋ ਉਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈਗੀ ਆ। FBI ਹੁਣ ਲੀਡਿੰਗ ਇਨਵੈਸਟੀਗੇਸ਼ਨ ਏਜੰਸੀ ਆ। 55 ਸਾਲਾਂ ਦਾ ਐਂਥਨੀ ਕਾਜ਼ਮਿਰਜ਼ਕ ਜਿਸ ਨੂੰ ਅਰੈਸਟ ਕੀਤਾ ਗਿਆ ਤੇ ਉਸ ਨੂੰ ਹੈਨਿਪਿਨ ਕਾਉਂਟੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਤੇ ਉਹਦੇ ਤੇ 3rd ਡਿਗਰੀ ਅਸਾਲਟ ਮਿਨੇਆਪੋਲਿਸ ਪੁਲਿਸ ਵੱਲੋਂ ਲਾਏ ਗਏ ਹੈਗੇ ਆ। ਸੋ ਕਾਂਗਰਸ ਵੂਮਨ ਦੇ ਉੱਤੇ ਇਸ ਬੰਦੇ ਵੱਲੋਂ ਅਟੈਕ ਜੋ ਕੀਤਾ ਗਿਆ ਸੀ, ਕਹਿੰਦੇ ਵੀ ਇਹ ਟਰੰਪ ਹੋਣਾ ਦਾ ਸਪੋਰਟਰ ਹੈਗਾ। ਇਹਦਾ ਜਿਹੜਾ ਸੋਸ਼ਲ ਮੀਡੀਆ ਆ ਉਹਦੇ ਉੱਤੇ ਪਹਿਲਾਂ ਵੀ ਉਮਾਰ ਦੇ ਅਗੇਂਸਟ ਕਾਫੀ ਜਿਹੜੀ ਗੰਦੀ ਭਾਸ਼ਾ ਵਰਤਦਾ ਰਿਹਾ ਹੈਗਾ। ਜੀ, ਇਸ ਮੌਕੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜੇ ਐਕਟਿੰਗ ਸਾਈਬਰ ਚੀਫ ਜਿਸ ਦਾ ਨਾਮ ਮਧੂ ਗੋਟੂ ਮੁਕਾਲਾ ਆ, ਕਹਿੰਦੇ ਵੀ ਉਸ ਨੇ ਬੜੇ ਹੀ ਕਲਾਸੀਫਾਈਡ ਇਨਫੋਰਮੇਸ਼ਨ, ਸੈਂਸਿਟਿਵ ਇਨਫੋਰਮੇਸ਼ਨ ਜਿਹੜੀ ਕੰਟਰੈਕਟਿੰਗ ਦੇ ਨਾਲ ਸੰਬੰਧਿਤ ਡਾਕੂਮੈਂਟ ਸੀਗੇ ਉਸ ਨੂੰ ਪਿਛਲੇ ਜਿਹੜੇ ਗਰਮੀਆਂ ਦੇ ਵਿੱਚ ਚੈਟ GPT ਦੇ ਪਬਲਿਕ ਵਰਜ਼ਨ ਦੇ ਵਿੱਚ ਪਾ ਦਿੱਤਾ ਸੀਗਾ। ਸੋ ਕਹਿੰਦੇ ਵੀ ਇਹਦੇ ਨਾਲ ਕਈ ਸਿਕਿਉਰਿਟੀ ਵਾਰਨਿੰਗਸ ਜਿਹੜੀਆਂ ਉਹ ਬਣੀਆਂ। ਸੋ ਸਾਈਬਰ ਸਿਕਿਉਰਿਟੀ ਦਾ ਇੱਕ ਥ੍ਰੈਟ, ਇੱਕ ਬ੍ਰੀਚ ਕਹਿੰਦੇ ਵੀ ਉਹ ਹੋ ਸਕਦਾ ਆ। ਇਹ ਐਕਟਿੰਗ ਡਾਇਰੈਕਟਰ ਨੇ CISA ਸਾਈਬਰ ਸਿਕਿਉਰਿਟੀ ਐਂਡ ਇਨਫਰਾਸਟ੍ਰਕਚਰ ਸਿਕਿਉਰਿਟੀ ਏਜੰਸੀ ਦੇ। ਇਹ ਟੌਪ ਦੀ ਸੰਸਥਾ ਆ ਅਮਰੀਕਾ ਦੀ, ਜਿਸ ਨੇ ਅਮਰੀਕਾ ਨੂੰ ਵੱਖ-ਵੱਖ ਜਿਹੜੇ ਸਾਈਬਰ ਅਟੈਕ ਹੋਰ ਮੁਲਕਾਂ ਦੇ ਦੁਆਰਾ ਅਮਰੀਕਾ ਦੇ ਇਨਫਰਾਸਟ੍ਰਕਚਰ ਦੇ ਉੱਤੇ ਕੀਤੇ ਜਾਂਦੇ ਆ ਉਸ ਨੂੰ ਰੋਕਣ ਦੇ ਲਈ ਮੇਨ ਅਹਿਮ ਭੂਮਿਕਾ ਜਿਹੜੀ ਆ ਉਹ ਨਿਭਾਉਣੀ ਹੁੰਦੀ ਆ। ਤੇ ਉਹਨਾਂ ਦੇ ਜਿਹੜੇ ਐਕਟਿੰਗ ਡਾਇਰੈਕਟਰ ਆ ਉਹ ਖੁਦ ਕਲਾਸੀਫਾਈਡ ਸੈਂਸਿਟਿਵ ਇਨਫੋਰਮੇਸ਼ਨ ਉਸ ਨੂੰ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਜਿਹੜਾ ਇੰਜਨ ਆ ਚੈਟ GPT ਉਸ ਦੇ ਵਿੱਚ
ਪਾਉਂਦੇ ਹੋਏ ਜਿਹੜੇ ਨਜ਼ਰ ਆਏ ਜਿਹੜੇ ਉਹ ਹੈਗੇ ਆ। ਸੋ ਇਹ ਜਿਹੜਾ ਆ ਉਹ ਦੱਸਿਆ ਜਿਹੜਾ ਹੋ ਜਾ ਰਿਹਾ ਆ ਫਾਰ ਆਫੀਸ਼ੀਅਲ ਯੂਜ਼, ਕਹਿੰਦੇ ਵੀ ਉਹਨਾਂ ਡਾਕੂਮੈਂਟਸ ਦੇ ਉੱਤੇ ਲਿਖਿਆ ਹੋਇਆ ਸੀਗਾ। ਸੋ ਕਹਿੰਦੇ ਵੀ ਸਾਈਬਰ ਸਿਕਿਉਰਿਟੀ ਦੇ ਜਿਹੜੇ ਸੈਂਸਰਸ ਆ ਸੀਸਾ ਦੇ ਵਿੱਚ, ਉਹਨਾਂ ਨੇ ਇਸ ਅਪਲੋਡਸ ਨੂੰ ਫਲੈਗ ਕਰ ਦਿੱਤਾ ਸੀਗਾ ਅਗਸਤ ਦੇ ਜਿਹੜਾ ਵਿੱਚ 4 ਜਿਹੜੇ ਅਧਿਕਾਰੀ ਆ ਇਸ ਮਾਮਲੇ ਦੇ ਨਾਲ ਸੰਬੰਧਿਤ, ਉਹਨਾਂ ਨੇ ਪੋਲੀਟੀਕੋ ਜਿਹੜੀ ਮੈਗਜ਼ੀਨ ਆ ਉਹਨਾਂ ਨੂੰ ਇਸ ਦੇ ਬਾਰੇ ਜਿਹੜਾ ਉਹ ਦੱਸਿਆ ਆ। ਇੱਕ ਅਧਿਕਾਰੀ ਨੇ ਕਿਹਾ ਵੀ ਇੱਕ ਨਹੀਂ ਕਈ ਜਿਹੜੀਆਂ ਵਾਰਨਿੰਗਸ ਆ ਅਗਸਤ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਪਹਿਲੇ ਹਫਤੇ ਦੇ ਵਿੱਚ ਹੀ ਇਹੀ ਜਿਹੜੀਆਂ ਆਈਆਂ, ਤੇ ਜਦੋਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਸ ਦੀ ਇੰਟਰਨਲ ਰਿਵਿਊ ਜਿਹੜਾ ਉਹ ਕੀਤਾ, ਉਹਨਾਂ ਨੇ ਇਹ ਕਿਹਾ ਵੀ ਕਿਸੇ ਤਰੀਕੇ ਦਾ ਨੁਕਸਾਨ ਤਾਂ ਜਿਹੜਾ ਉਹ ਨਹੀਂ ਜਿਹੜਾ ਹੋਇਆ, ਵੀ ਇਹ ਐਕਸੈਸ ਜਿਹੜਾ ਉਹ ਕਰਨ ਦੇ ਲਈ ਕਹਿੰਦੇ ਵੀ ਰਿਵਿਊ ਨੇ ਕਲੀਅਰਲੀ ਜਿਹੜਾ ਉਹ ਦੱਸਿਆ ਨਹੀਂ ਇਹ ਜਾਣਨ ਦੇ ਲਈ ਇਹ ਵੀ ਗਵਰਨਮੈਂਟ ਸਿਕਿਉਰਿਟੀ ਨੂੰ ਕੋਈ ਖਤਰਾ ਤਾਂ ਨਹੀਂ ਬਣਿਆ। ਕਹਿੰਦੇ ਵੀ ਰਿਵਿਊ ਨੇ ਪੂਰੀ ਤਰ੍ਹਾਂ ਕਨਕਲੂਡ ਜਿਹੜਾ ਉਹ ਨਹੀਂ ਕੀਤਾ ਹੈਗਾ। ਇੱਕ ਈਮੇਲ ਕੀਤੀ ਗਈ ਹੈ ਸਟੇਟਮੈਂਟ ਸੀਸਾ ਦੇ ਜਿਹੜੇ ਡਾਇਰੈਕਟਰ ਆਫ ਪਬਲਿਕ ਅਫੇਅਰ ਮਾਰਸੀ ਮਕਾਰਥੀ ਦੇ ਦੁਆਰਾ, ਕਹਿੰਦੇ ਵੀ ਉਹਨਾਂ ਨੂੰ ਪਰਮਿਸ਼ਨ ਦਿੱਤੀ ਗਈ ਸੀ ਕਿ ਚੈਟ ਜੀਪੀਟੀ ਨੂੰ ਜਿਹੜਾ ਉਹ ਯੂਜ਼ ਤੁਸੀਂ ਕਰ ਸਕਦੇ ਆ DHS ਦੇ ਕੰਟਰੋਲਸ ਦੇ ਨਾਲ, ਤੇ ਪਰ ਕਹਿੰਦੇ ਵੀ ਲੱਗਦਾ ਇਦਾਂ ਆ ਵੀ ਉਹ ਕਿਤੇ ਨਾ ਕਿਤੇ ਇਸ ਦੇ ਵਿੱਚ ਹੁਣ ਗੱਚ ਜਿਹੜੇ ਹੋਗਾ ਖਾ ਗਏ ਆ। ਐਕਟਿੰਗ ਡਾਇਰੈਕਟਰ ਮਧੂ ਗੋਟੂ ਮੁਕਾਲਾ ਕਹਿੰਦੇ ਵੀ ਚੈਟ ਜੀਪੀਟੀ ਉਹਨਾਂ ਨੇ ਮਿਡ ਜੁਲਾਈ 2025 ਦੇ ਵਿੱਚ ਕਹਿੰਦੇ ਵੀ ਉਸ ਨੂੰ ਵਰਤਿਆ ਜਿਹੜਾ ਉਹ ਸੀਗਾ। ਇਸ ਟਾਈਮ ਸਭ ਤੋਂ ਸੀਨੀਅਰ ਮੋਸਟ ਪੋਲੀਟੀਕਲ ਅਧਿਕਾਰੀ ਨੇ CISA ਦੇ ਵਿੱਚ, ਤੇ ਇਸ ਦਾ ਅੱਜ ਖਾਸਾ ਜਿਹੜਾ ਵਿਵਾਦ ਆ ਰੌਲਾ ਆ ਜਿਹੜਾ ਹਰਜੋਤ ਸਿੰਘ ਜੀ ਉਹ ਬਣ ਚੁੱਕਾ ਹੈਗਾ ਆ। ਕੈਲੀਫੋਰਨੀਆ ਦੇ ਡੈਮੋਕ੍ਰੇਟ ਸੈਨੇਟਰ ਐਲੈਕਸ ਪਡੀਆ ਨੇ ਇਹ ਕਿਹਾ ਕਿ ਜੋ ਆਈਸ ਦੀਆਂ ਡਿਟੈਂਸ਼ਨ ਫੈਸਿਲਿਟੀਜ਼ ਆ ਉਹਨਾਂ ਦੇ ਵਿੱਚ ਜੋ ਲੋਕਾਂ ਨੂੰ ਰੱਖਿਆ ਗਿਆ ਹੈ ਉਹਨਾਂ ਦੀ ਕੰਡੀਸ਼ਨ ਬਹੁਤ ਬੈਡ ਹੈਗੀ ਆ, ਤੇ ਉਹਨਾਂ ਨੇ ਓਵਰਸਾਈਡ ਲਈ ਕਾਲ ਕੀਤਾ ਹੈਗਾ। ਕਹਿੰਦੇ ਵੀ ਐਡਮਿਨਿਸਟ੍ਰੇਸ਼ਨ ਦੈਟ ਡਜ਼ ਨਾਟ ਵਾਂਟ ਯੂ ਟੂ ਬਲੀਵ ਵਾਟ ਯੂ ਸੀ ਵਿਦ ਯੂਰ ਓਨ ਆਈ। ਕਹਿੰਦੇ ਵੀ ਮੈਂ ਆਪਣੀ ਅੱਖਾਂ ਦੇ ਨਾਲ ਇਸ ਫੈਸਿਲਿਟੀ ਦੇ ਵਿੱਚ ਜਾ ਕੇ ਦੇਖਿਆ ਕਿ ਕਿਸੇ ਤਰ੍ਹਾਂ ਦੀ ਉੱਥੇ ਹੈਲਥ ਕੇਅਰ ਨਹੀਂ ਹੈ, ਕਿੰਨੇ ਲੋਕਾਂ ਨੂੰ ਉੱਥੇ ਰੱਖਿਆ ਗਿਆ ਹੈਗਾ। ਪਡੀਆ ਜੋ ਆ ਉਹ ਜੈਨ ਸੈਕੀ ਦੇ ਨਾਲ ਗੱਲਬਾਤ ਕਰ ਰਹੇ ਸੀ ਇੱਕ ਟੀਵੀ ਚੈਨਲ ਦੇ ਉੱਤੇ। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਮੈਂ ਆਪਣੀਆਂ ਅੱਖਾਂ ਨਾਲ ਜੋ ਦੇਖਿਆ, ਕੰਨਾਂ ਦੇ ਨਾਲ ਜੋ ਸੁਣਿਆ, ਲੋਕਾਂ ਦੇ ਨਾਲ ਜੋ ਡਿਟੇਨੀਜ਼ ਆ ਉਹਨਾਂ ਨਾਲ ਗੱਲਬਾਤ ਕੀਤੀ ਹੈਗੀ ਆ ਡਿਟੈਂਸ਼ਨ ਸੈਂਟਰਸ ਜੋ ਕੈਲੀਫੋਰਨੀਆ ਦੇ ਵਿੱਚ ਹੈਗੇ ਆ, ਤੇ ਉਹਨਾਂ ਦੀ ਕੰਡੀਸ਼ਨ ਬਹੁਤ ਮਾੜੀ ਹੈਗੀ ਇਸ ਟਾਈਮ ਦੇ ਉੱਤੇ। ਕਹਿੰਦੇ ਵੀ ਉਹਨਾਂ ਦਾ ਜਿਹੜਾ ਫੂਡ ਆ ਉਹ ਵੀ ਜਿਹੜਾ ਸਹੀ ਨਹੀਂ ਦਿੱਤਾ ਜਾਂਦਾ ਹੈਗਾ। ਲੈਕ ਆਫ ਮੈਂਟਲ ਹੈਲਥ ਕੇਅਰ ਹੈਗੀ ਹੈ ਇਹਨਾਂ ਫੈਸਿਲਿਟੀਜ਼ ਦੇ ਵਿੱਚ, ਤੇ ਕਈ ਲੋਕਾਂ ਦੇ ਕੋਲ ਟਰਾਮਾ ਹੈਗਾ ਆਲਰੇਡੀ, ਕਿਉਂਕਿ ਉਹਨਾਂ ਦੇ ਜਿਹੜੇ ਬੱਚੇ ਆ ਉਹ ਉਹਨਾਂ ਦੇ ਕੋਲ ਚਾਹੀਦੇ ਸੀ, ਵੀ ਬੱਚੇ ਕਿੱਥੇ ਹੈਗੇ ਆ, ਉਹਨਾਂ ਨੂੰ ਰਿਟੇਨ ਕੀਤਾ ਗਿਆ ਹੈਗਾ। ਕਹਿੰਦੇ ਵੀ ਫਿਊਚਰ ਉਹਨਾਂ ਦਾ ਟਰਾਮੈਟਿਕ ਹੈਗਾ। ਐਲੈਕਸ ਪਡੀਆ ਉਹਨਾਂ ਨੇ ਇਹ ਕਿਹਾ ਵੀ ਇਸ ਫੈਸਿਲਿਟੀ ਦੇ ਕੋਲ 1400 ਦੇ ਕਰੀਬ ਡਿਟੇਨੀਜ਼ ਆ, ਜਦਕਿ ਉਹਨਾਂ ਦੀ ਕਪੈਸਿਟੀ 2500 ਆ। ਤੇ ਉਹਨਾਂ ਨੰਬਰਸ ਨੂੰ ਲੈ ਕੇ ਤੇ ਪ੍ਰੋਬਲਮਸ ਨੂੰ ਲੈ ਕੇ ਇਹ ਮੈਂ ਕਹਿ ਸਕਦਾ ਹਾਂ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਬਿਲਕੁਲ ਵੀ ਇਹਨਾਂ ਵੱਲ ਧਿਆਨ ਨਹੀਂ ਦੇ ਰਿਹਾ, ਤੇ ਜਿਹੜਾ ਉਹਨਾਂ ਦਾ ਗੋਲ ਹੈਗਾ 1 ਲੱਖ ਦੇ ਕਰੀਬ ਆਪਾਂ ਡਿਪੋਰਟੇਸ਼ਨ ਕਰਨੀ ਹੈਗੀ ਆ, ਉਹ ਉਧਰ ਨੂੰ ਜਾ ਰਹੇ ਹੈਗੇ ਆ, ਤੇ 1 ਲੱਖ ਲੋਕਾਂ ਨੂੰ ਪਰ ਮਹੀਨੇ ਦੇ ਹਿਸਾਬ ਨਾਲ। ਅੱਜ ਇੱਕ ਅਖਬਾਰ ਇਹ ਵੀ ਰਿਪੋਰਟ ਕਰ ਰਹੀ ਆ ਵੀ ਹੁਣ ਤੱਕ ਜਦੋਂ ਤੋਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਆਪਣਾ ਚਾਰਜ ਸੰਭਿਆ ਜਨਵਰੀ ਤੋਂ ਲੈ ਕੇ ਪਿਛਲੇ ਸਾਲ ਦੀ, ਹੁਣ ਤੱਕ 3 ਮਿਲੀਅਨ ਲੋਕ ਡਿਪੋਰਟ ਹੋ ਚੁੱਕੇ ਆ ਜਾਂ ਆਪਣੇ ਆਪ ਚਲੇ ਗਏ ਹੈਗੇ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਫੈਡ ਨੇ ਇੰਟਰਸਟ ਰੇਟਸ ਦੇ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਹੈਗੀ। ਲਗਾਤਾਰ 3 ਜਿਹੜੇ ਇੰਟਰਸਟ ਰੇਟ ਕੱਟਸ ਪਿਛਲੀਆਂ ਜਿਹੜੀਆਂ ਇਹਨਾਂ ਦੀਆਂ ਮੀਟਿੰਗਸ ਦੇ ਵਿੱਚ ਆਏ ਸੀਗੇ, ਪਰ ਹੁਣ ਇਹ ਕਹਿ ਰਹੇ ਆ ਵੀ ਇਨਫਲੇਸ਼ਨ ਤੇ ਇਕਨੋਮੀ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੇ ਇੰਟਰਸਟ ਰੇਟ ਕੱਟਸ ਆ ਉਹਨਾਂ ਦੇ ਉੱਤੇ ਰੋਕ ਲਗਾਈ ਗਈ ਆ। ਸੋ ਇੰਟਰਸਟ ਰੇਟਸ ਨੂੰ ਸਥਿਰ ਰੱਖਿਆ ਗਿਆ ਆ। ਫੈਡ ਦੇ ਚੇਅਰ ਜਰੋਮ ਪਾਵਲ ਦੇ ਉੱਤੇ ਖਾਸਾ ਦਬਾਅ ਆ ਵਾਈਟ ਹਾਊਸ ਦਾ, ਰਾਸ਼ਟਰਪਤੀ ਟਰੰਪ ਦਾ, ਜੋ ਲਗਾਤਾਰ ਉਹਨਾਂ ਨੂੰ ਕਹਿ ਰਹੇ ਆ ਵੀ ਇੰਟਰਸਟ ਰੇਟ ਕੱਟ ਕਰੋ, ਤੇ ਉਹਨਾਂ ਦੀ ਗੱਲ ਨਾ ਮੰਨਣ ਦੇ ਕਰਕੇ ਇਹਨਾਂ ਦੇ ਉਲਟ ਇਨਵੈਸਟੀਗੇਸ਼ਨ ਵੀ ਜਿਹੜੀ ਉਹ ਸ਼ੁਰੂ ਕੀਤੀ ਹੈਗੀ ਆ। ਸੈਂਟਰਲ ਬੈਂਕ ਨੇ ਜਿਹੜਾ ਆਪਣਾ ਬੈਂਚਮਾਰਕ ਇੰਟਰਸਟ ਰੇਟ ਆ ਜਿੱਦਾਂ ਦੱਸਿਆ ਵੀ ਸਤੰਬਰ ਤੋਂ ਬਾਅਦ ਚ 3 ਵਾਰੀ ਘਟਾਇਆ ਆ, ਤੇ ਇਸ ਮੌਕੇ 3.5 ਤੋਂ 3.75, 3.5 ਤੋਂ 4% ਦੇ ਦਰਮਿਆਨ ਰੱਖਿਆ ਆ। ਸੋ ਜਿੱਦਾਂ ਪਿਛਲੀ ਵਾਰ ਸੀਗਾ ਉਸੇ ਦੇ ਉੱਤੇ ਇਹਨਾਂ ਨੇ ਸਟੇਬਲ ਜਿਹੜਾ ਉਹ ਕੀਤਾ ਆ। 2 ਫੈਡ ਦੇ ਜਿਹੜੇ ਗਵਰਨਰ ਕ੍ਰਿਸ ਵਾਲਰ ਤੇ ਸਟੀਫਨ ਮਿਰਾਨ,
ਉਹਨਾਂ ਨੇ ਡਿਸੈਂਟ ਕੀਤਾ ਜਿਹੜੇ ਫੈਡ ਦੇ ਚੇਅਰ ਜਰੋਮ ਪਾਵਲ ਦੇ ਇਸ ਫੈਸਲੇ ਦੇ ਜਿਹੜੇ ਉਹ ਉਲਟ ਇਹਨਾਂ ਦੇ ਦੁਆਰਾ ਜਿਹੜਾ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਵੀ ਇੰਟਰਸਟ ਰੇਟ ਆ ਉਹਨਾਂ ਨੂੰ ਹੋਰ ਘਟਾਇਆ ਜਾਂਦਾ ਰਹੇ। ਰਾਸ਼ਟਰਪਤੀ ਟਰੰਪ ਨੇ ਇੱਕ ਫੈਡ ਦੀ ਜਿਹੜੀ ਗਵਰਨਰ ਲੀਜ਼ਾ ਕੁੱਕ ਆ ਉਹਨਾਂ ਨੂੰ ਫਾਇਰ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ ਤੇ ਫਿਰ ਉਹਦੇ ਨਾਲ ਉਹ ਉਸ ਦੀ ਥਾਂ ਦੇ ਉੱਤੇ ਕੋਈ ਆਪਣਾ ਨੋਮੀਨੇਟ ਕਰ ਸਕਦੇ ਸੀਗੇ ਬੰਦਾ ਜਿਹੜੇ ਕਿ ਬਿਗਰ ਰੇਟ ਕੱਟਸ ਆ ਉਸ ਨੂੰ ਸਪੋਰਟ ਕਰ ਸਕਦੇ ਆ, ਪਰ ਉਹਨਾਂ ਦੀ ਜਿਹੜੀ ਫਾਇਰਿੰਗ ਆ ਉਸ ਨੂੰ ਸੁਪਰੀਮ ਕੋਰਟ ਨੇ ਰੋਕ ਦਿੱਤਾ ਸੀਗਾ। ਸੋ ਜਰੋਮ ਪਾਵਲ ਤੇ ਟਰੰਪ ਹੁਣਾਂ ਦੇ ਵਿਚਾਲੇ ਜਿਹੜੇ ਸਿੰਘ ਤਾਂ ਫਸੇ ਹੀ ਹੋਏ ਆ, ਪਰ ਇੰਟਰਸਟ ਰੇਟ ਆ ਉਹਨਾਂ ਨੂੰ ਹਾਲ ਦੀ ਘੜੀ ਸਥਿਰ ਰੱਖਿਆ ਗਿਆ ਆ, ਸਟੇਬਲ ਰੱਖਿਆ ਗਿਆ ਆ, ਉਹਨਾਂ ਵਿੱਚ ਕਟੌਤੀ ਹੋਰ ਨਹੀਂ ਲਿਆਂਦੀ ਗਈ। ਕੈਲੀਫੋਰਨੀਆ ਦੇ ਵਿੱਚ ਜਿਹੜੀ ਸਾਲਮਨ ਮੱਛੀ ਆ ਉਹਦੀ ਜਿਹੜੀ ਪੋਪੂਲੇਸ਼ਨ ਆ ਬਹੁਤ ਘਟਦੀ ਜਾ ਰਹੀ ਹੈਗੀ ਆ ਤੇ ਉਸ ਨੂੰ ਸਟੀਲ ਹੈਡ ਹੈਬਿਟੇਟ ਰੀਸਟੋਰੇਸ਼ਨ ਪ੍ਰੋਜੈਕਟ ਦੇ ਤਹਿਤ $10 ਮਿਲੀਅਨ ਫੰਡਿੰਗ ਦਿੱਤੀ ਗਈ ਹੈਗੀ ਆ। 16 ਪ੍ਰੋਜੈਕਟਸ ਦੇ ਉੱਤੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਫਿਸ਼ ਤੇ ਵਾਈਲਡ ਲਾਈਫ ਵਾਲੇ ਕੰਮ ਕਰ ਰਹੇ ਹੈਗੇ ਆ। ਇਹ ਪ੍ਰੋਗਰਾਮ 1981 ਚ ਐਸਟੈਬਲਿਸ਼ ਹੋਇਆ ਸੀ ਤੇ 2000 ਤੋਂ ਲੈ ਕੇ ਹੁਣ ਤੱਕ ਜੋ ਫੰਡਿੰਗ ਆ ਉਹ ਨੈਸ਼ਨਲ ਓਸ਼ੀਆਨਿਕ ਤੇ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ ਵੱਲੋਂ ਦਿੱਤੀ ਜਾਂਦੀ ਸੀ। ਤੇ ਪਰ ਇੱਕ ਗੱਲ ਵਧੀਆ ਹੋਈ ਆ ਵੀ ਕਹਿੰਦੇ ਵੀ ਪਿਛਲੇ ਦਿਨਾਂ ਦੇ ਵਿੱਚ ਜੋ ਕੈਲੀਫੋਰਨੀਆ ਦੇ ਵਿੱਚ ਚੌਲਾਂ ਦੇ ਫੀਲਡ ਹੈਗੇ ਆ, ਰਾਈਸ ਫੀਲਡ ਆ, ਉਹ ਫਲੱਡ ਹੋਏ ਹੈਗੇ ਆ। ਮੀਂਹ ਜ਼ਿਆਦਾ ਪਿਆ ਸੀ ਸੈਂਟਰਲ ਵੈਲੀ ਦੇ ਵਿੱਚ ਤੇ ਉਹਦੇ ਨਾਲ ਫਲੱਡ ਹੋਣ ਦੇ ਨਾਲ ਹੁਣ ਸਾਲਮਨ ਪੋਪੂਲੇਸ਼ਨ ਜਿਹੜੀ ਆ ਉਹ ਰਿਕਵਰ ਹੋ ਰਹੀ ਹੈਗੀ ਆ। ਫਾਰਮਰਸ, ਸਾਇੰਟਿਸਟ ਤੇ ਫਿਸ਼ਰੀਜ਼ ਇਹ ਸਾਰੇ ਰਲ ਕੇ ਕੰਮ ਕਰ ਰਹੇ ਆ ਤਾਂ ਕਿ ਜਿਹੜੀ ਕੈਲੀਫੋਰਨੀਆ ਦੀ ਸਾਲਮਨ ਪੋਪੂਲੇਸ਼ਨ ਆ ਉਸ ਨੂੰ ਵਧਾਇਆ ਜਾ ਸਕੇ। ਅਗਲੀ ਜਿਹੜੀ ਹਰਜੋਤ ਜੀ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਨਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਕੰਜ਼ਰਵੇਟਿਵ ਐਕਟਿਵਿਸਟ ਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਦ ਇੱਕ ਇਨਵੈਸਟੀਗੇਸ਼ਨ ਕੀਤੀ ਗਈ ਜਿਹਦੇ ਵਿੱਚ ਇਹ ਪਤਾ ਲੱਗਾ ਵੀ ਉਸ ਨੇ ਇੱਕ ਜ਼ਮੀਨ ਦੇ ਹੇਠਾਂ 100 ਫੁੱਟ ਲੰਮੀ ਟਨਲ ਸੁਰੰਗ ਜਿਹੜੀ ਆ ਉਹ ਬਣਾਈ ਹੋਈ ਆ, ਜਿਹੜੀ ਕਿ ਇੱਕ ਅੰਡਰਗਰਾਉਂਡ ਬੰਕਰ ਦੇ ਨਾਲ ਜੁੜਦੀ ਆ, ਜਿੱਥੇ ਕਿ ਉਸਨੇ ਬਹੁਤ ਜ਼ਿਆਦਾ ਇਲੀਗਲ ਵੈਪਨ, ਐਮੂਨੇਸ਼ਨ ਤੇ ਬਾਡੀ ਆਰਮਰ ਰੱਖਿਆ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਜਿਹੜੀ ਇਹ ਨਿਊਜ਼ ਰਿਲੀਜ਼ ਦੇ ਵਿੱਚ ਜਿਹੜਾ ਉਹ ਜਾਣਕਾਰੀ ਦਿੱਤੀ ਆ। ਐਂਡਰਸਨ ਦੇ ਵਿੱਚ CHP ਏਅਰ ਆਪਰੇਸ਼ਨ ਹੈ, ਕਹਿੰਦੇ ਵੀ ਉਹਨਾਂ ਨੇ ਫਲਾਈਓਵਰ ਕੰਡਕਟ ਕੀਤਾ ਸ਼ਾਸਤਾ ਕਾਉਂਟੀ ਦੇ ਵਿੱਚ ਜਿਹੜਾ ਪੈਂਦਾ ਆ, ਤੇ ਕਹਿੰਦੇ ਵੀ ਬਾਅਦ ਚ ਇਨਵੈਸਟੀਗੇਸ਼ਨ ਦ ਪ੍ਰਾਪਰਟੀ ਦੇ ਵਿੱਚ ਕੀਤੀ ਗਈ ਜੋ ਕਿ ਮਾਈਕਲ ਜੇ ਕੈਂਪਫੋਲਟ 40 ਸਾਲ ਜਿਸ ਦੀ ਉਮਰ ਆ ਉਸ ਦੀ ਪ੍ਰਾਪਰਟੀ ਦੇ ਵਿੱਚ ਇਹ ਸਾਰਾ ਕੁਝ ਮਿਲਿਆ ਹੈਗਾ ਆ। ਕਹਿੰਦੇ ਵੀ ਸਰਚ ਦੇ ਵਿੱਚ ਅਫਸਰਾਂ ਨੂੰ ਅੰਡਰਗਰਾਉਂਡ ਬੰਕਰ ਜੋ ਕਿ 100 ਫੁੱਟ ਲੰਮੀ ਕਲਵਰਟ ਦੇ ਨਾਲ ਐਕਸੈਸਿਬਲ ਸੀਗਾ, ਪਾਵਰ, ਵੈਂਟੀਲੇਸ਼ਨ, ਕੰਕਰੀਟ ਫਲੋਰ, ਬਿਲਟ ਇਨ ਡਰੇਨੇਜ ਤੇ ਨਾਲ ਕਹਿੰਦੇ ਵੀ ਇਨਫ ਸਪਲਾਈ ਸੀਗੀ ਜਿਹਦੇ ਵਿੱਚ marijuana ਗਾਇਆ ਜਾ ਸਕਦਾ ਆ, ਵੀ ਉਹ ਉੱਥੋਂ ਉਹਨਾਂ ਨੂੰ ਜਿਹੜੀਆਂ ਹੋਈਆਂ ਆ। ਅਧਿਕਾਰੀਆਂ ਨੂੰ ਉੱਥੇ 13 ਫਾਇਰ ਆਰਮ ਜਿਨ੍ਹਾਂ 'ਚ AR-15 ਸਟਾਈਲ ਅਸੌਲਟ ਰਾਈਫਲ 3 ਸੀਗੀਆਂ, ਇੱਕ ਗੋਸਟ ਗਨ ਜਿਹੜੇ ਸੀਰੀਅਲ ਨੰਬਰ ਤੋਂ ਬਗੈਰ ਹੁੰਦੀ ਆ, ਸੌਰਡ ਆਫ ਸ਼ਾਟਗਨ ਤੇ 2 ਜਿਹੜੀਆਂ ਚੋਰੀ ਹੋਏ ਜਿਹੜੇ ਫਾਇਰ ਆਰਮ ਜਿਨ੍ਹਾਂ ਨੂੰ ਚੋਰੀ ਮੰਨਿਆ ਜਾਂਦਾ ਸੀਗਾ ਉਹ ਉੱਥੋਂ ਬਰਾਮਦ ਜਿਹੜੇ ਹੋਏ ਸੀ। 10,000 ਤੋਂ ਵੱਧ ਜਿਹੜੇ ਰਾਉਂਡ ਆ ਉਹ ਉਹਨਾਂ ਨੂੰ ਮਿਲੇ ਆ। ਸੋ ਇਸ ਦੀਆਂ ਕੁਝ ਤਸਵੀਰਾਂ ਜਿਹੜੀਆਂ ਕਹਿੰਦੇ ਵੀ ਉਹਨਾਂ ਨੇ ਜਾਰੀ ਜਿਹੜੀਆਂ ਉਹ ਕੀਤੀਆਂ ਹੈਗੀਆਂ ਆ। ਸੋ ਕਈ ਜਿਹੜੀਆਂ ਮੀਡੀਆ ਰਿਪੋਰਟਸ ਦੇ ਮੁਤਾਬਕ ਜਿਹੜਾ ਕੈਂਪਫੋਲਟ ਆ ਉਹ ਇੱਕ ਕੰਜ਼ਰਵੇਟਿਵ ਐਕਟਿਵਿਸਟ ਆ ਸ਼ਾਸਤਾ ਕਾਉਂਟੀ ਦੇ ਵਿੱਚ, ਤੇ ਜੋ ਕਿ ਬਾਰ-ਬਾਰ ਵੋਟਿੰਗ ਫਰਾਡ ਕਾਉਂਟੀ ਬੋਰਡ ਆਫ ਸੁਪਰਵਾਈਜ਼ਰ ਦੀ ਮੀਟਿੰਗਸ ਦੇ ਵਿੱਚ ਆ ਕੇ ਉਸ ਬਾਰੇ ਗੱਲ ਕਰਦਾ ਜਿਹੜਾ ਹੋ ਰਿਹਾ ਆ। LA ਟਾਈਮ ਦੇ ਮੁਤਾਬਕ ਸ਼ਾਸਤਾ ਕਾਉਂਟੀ ਦੇ ਜਿਹੜੇ ਸੁਪਰਵਾਈਜ਼ਰ ਕੈਵਿਨ ਕਰੇ ਆ ਜਿਹੜੇ ਕਿ ਟਰੰਪ ਹੁਣਾਂ ਦੇ ਵੋਕਲ ਸਪੋਰਟਰ ਵੀ ਜਿਹੜੇ ਹੋ ਰਹੇ ਆ ਤੇ ਉਹਨਾਂ ਦੇ ਨਾਲ ਵੀ ਇਹ ਜਿਹੜਾ ਉਹ ਜੁੜਿਆ ਹੈਗਾ ਆ। ਸੋ ਇਹ ਜਿਹੜੀਆਂ ਚੀਜ਼ਾਂ ਇਸ ਟਾਈਮ ਸਾਹਮਣੇ ਆਈਆਂ ਆ ਤੇ ਕਹਿੰਦੇ ਵੀ ਇਹਦਾ ਆਪਰੇਸ਼ਨ ਇਹ ਸੀਗਾ ਵੀ marijuana ਸ਼ਾਇਦ ਇਲੀਗਲੀ ਇਸ ਦੇ ਵਿੱਚ ਨਾਲ ਇਹ ਗਰੋਹ ਕਰਨਾ ਚਾਹੁੰਦਾ ਸੀ, ਉਗਾਉਣਾ ਜਿਹੜਾ ਉਹ ਚਾਹੁੰਦਾ ਸੀਗਾ। ਸੋ ਕਾਫੀ ਜਿਹੜਾ ਜ਼ਖੀਰਾ ਆ ਹਥਿਆਰਾਂ ਦਾ ਕਹਿੰਦੇ ਆ CHP ਵਾਲੇ ਵੀ ਸਾਨੂੰ ਇਸ ਤੇ ਘਰੋਂ ਹੇਠਾਂ 100 ਫੁੱਟ ਜਿਹੜੀ ਸੁਰੰਗ ਤੇ ਬੰਕਰ ਦੇ ਵਿੱਚੋਂ ਮਿਲਿਆ ਆ। ਕੈਲੀਫੋਰਨੀਆ ਦੇ ਵਿੱਚ ਇਲੋਨ ਮਸਕ ਨੇ ਇਹ ਕਿਹਾ ਵੀ ਜੋ ਟੈਸਲਾ ਆ ਉਹ ਮਾਡਲ S ਤੇ ਮਾਡਲ X ਦੀ ਪ੍ਰੋਡਕਸ਼ਨ ਬੰਦ ਕਰਨ ਜਾ ਰਹੇ ਹੈਗੇ ਆ ਤੇ ਜੋ ਫਰੀਮੌਂਟ ਦੀ ਫੈਕਟਰੀ ਹੈਗੀ ਆ ਉਸ ਨੂੰ ਆਪਟੀਮਸ ਰੋਬੋਟਸ ਦੇ ਲਈ ਯੂਜ਼ ਕੀਤਾ ਜਾਊਗਾ।
ਕਹਿੰਦੇ ਵੀ ਉਹਨਾਂ ਦੀ ਲਾਸ ਕਾਫੀ ਹੋਇਆ ਹੈਗਾ। ਟੈਸਲਾ ਨੇ ਈਵਨ ਦੋ ਐਸਟੀਮੇਟ ਨੂੰ ਤਾਂ ਬੀਟ ਕੀਤਾ ਹੈਗਾ ਕੁਆਟਰ ਦੇ ਵਿੱਚ, ਪਰ ਉਹਨਾਂ ਦੀ ਜਿਹੜੀ ਫਸਟ ਐਨੂਅਲ ਸੇਲ ਆ ਉਹ ਕਾਫੀ ਜ਼ਿਆਦਾ ਘਟੀ ਹੈਗੀ ਆ ਪਿਛਲੇ ਸਾਲ ਦੇ ਮੁਕਾਬਲੇ। ਸੋ ਹੁਣ ਇਹਨਾਂ ਫੈਕਟਰੀਆਂ ਦੇ ਵਿੱਚ ਰੋਬੋਟਸ ਜੋ ਆ ਉਹਨਾਂ ਦੀ ਜੋ ਪ੍ਰੋਡਕਸ਼ਨ ਆ ਉਹ ਕੀਤੀ ਜਾਊਗੀ। ਜੀ ਹਰਜੋਤ ਸਿੰਘ ਜੀ, ਅੱਜ ਇਹਨਾਂ ਦੇ ਕੁਝ ਜਿਹੜੇ ਨੰਬਰ ਆ ਉਹ ਸਾਹਮਣੇ ਆਏ ਆ। ਕਹਿੰਦੇ ਵੀ ਜੇ 2024 ਸਾਲ ਟੈਸਲਾ ਦੇ ਲਈ ਮਾੜਾ ਸੀ ਤਾਂ 25 ਕਹਿੰਦੇ ਵੀ ਉਹਦੇ ਤੋਂ ਵੀ ਭੈੜਾ ਰਿਹਾ ਆ। ਪ੍ਰੋਫਿਟ 46% ਟੈਸਲਾ ਕੰਪਨੀ ਦੇ ਜਿਹੜੇ ਉਹ ਘਟ ਚੁੱਕੇ ਹੈਗੇ ਆ। ਸੋ ਕਹਿੰਦੇ ਵੀ ਪਹਿਲਾਂ ਜਿਹੜਾ ਪ੍ਰੋਫਿਟ ਆ ਉਹ ਮਿਸ਼ਨ ਕ੍ਰੈਡਿਟ ਦੀਆਂ ਜਿਹੜੀਆਂ ਸੇਲਸ ਆ ਉਸ ਤੋਂ ਕਾਫੀ ਜ਼ਿਆਦਾ ਉਹਨਾਂ ਨੂੰ ਪ੍ਰੋਫਿਟ ਮਿਲਦਾ ਸੀਗਾ, ਤੇ ਸੇਲਸ ਤਕਰੀਬਨ 8.6% ਘਟ ਗਈਆਂ ਆ, ਤੇ ਉਹ ਜਿਹੜਾ ਪ੍ਰੋਫਿਟ ਵੀ ਨਾਲ ਦੇ ਨਾਲ ਉਨਾ ਹੀ ਉਹ ਤੋਂ ਵੀ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਘਟ ਜਿਹੜਾ ਉਹ ਚੁੱਕਾ ਹੈਗਾ ਆ। ਸੋ ਸੇਲਸ ਤੇ ਪ੍ਰੋਡਕਸ਼ਨ ਦੇ ਜਿਹੜੇ ਨੰਬਰ ਆ ਉਹ ਕੋਈ ਪੋਜ਼ਿਟਿਵਿਟੀ ਜਿਹੜੀ ਕਹਿੰਦੇ ਆ ਵੀ ਹਾਲ ਦੀ ਘੜੀ ਨਹੀਂ ਜਿਹੜੇ ਉਹ ਸ਼ੋ ਕਰ ਰਹੇ ਹੈਗੇ। ਸੋ 46% ਕਹਿੰਦੇ ਵੀ ਘਟ ਮੁਨਾਫਾ ਜਿਹੜਾ ਆ ਟੈਸਲਾ ਨੂੰ ਪਿਛਲੇ ਸਾਲਾਂ ਦੇ ਮੁਕਾਬਲੇ ਹੋਇਆ ਹੈਗਾ ਆ। ਜੀ, ਤੇ ਖਬਰਾਂ ਦਾ ਸਮਾਂ ਵੀ ਸਾਡਾ ਸਮਾਪਤੀ ਵੱਲ ਆ, ਤੇ ਆਪਾਂ ਕਰੰਸੀ ਦੀ ਤੇ ਸਟਾਕ ਦੀ ਗੱਲਬਾਤ ਕਰਨੀ। ਜੀ, ਮਾਰਕੀਟਸ ਦੀ ਜੇ ਗੱਲ ਕਰਦੇ ਜਾਈਏ, ਡਾਊ ਜੋਨ ਅੱਜ ਹਰਜੋਤ ਸਿੰਘ ਜੀ 12 ਪੁਆਇੰਟ ਵੱਧ ਕੇ 49,016 ਤੇ ਬੰਦ ਹੋਇਆ। S&P ਬਰਾਬਰ ਹੀ ਰਿਹਾ 6900 ਤੇ 78 ਤੇ ਬੰਦ ਹੋਇਆ। ਨੈਸਡੈਕ 40 ਪੁਆਇੰਟ ਵੱਧ ਕੇ 23,857 ਦੇ ਉੱਤੇ। ਸੋਨੇ ਦਾ ਭਾਅ ਇਹ ਪੂਰੀਆਂ ਛਾਲਾਂ ਮਾਰ ਰਿਹਾ 5500 ਤੇ $36 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $64 ਪ੍ਰਤੀ ਬੈਰਲ। 10 year yield 4.25%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 88,481 ਤੇ ਇਥੀਰੀਅਮ 2990 US$ ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ ਰਹੇ ਆ, ਤੇ $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 62 ਪੈਸੇ, ਤੇ $1 ਦੇ ਬਰਾਬਰ ਇੰਡੀਆ ਦੇ 92 ਰੁਪਏ ਤੇ 5 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸੈਨਿਕ ਜੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।